अस्सलाम वालेकुम नाज़रीन, आप देख रहे हैं 44 टीवी। मैं आपका मेज़बान सरदार जवेद आशूक डोगर। तो मैं इस वक्त मौजूद हूँ कसूर का नवाई इलाका गांव बहादरपुरा में मौजूद हूँ और आज आपकी एक ऐसे नौजवान से मुलाकात करवाने जा रहा हूँ जिसको यानी कि पूरी दुनिया में लोग मिलने के लिए आते हैं और उसको मिलने के लिए बेताब हैं, देखने के लिए बेताब हैं। तो वो नन्हा सा शहज़ादा हमारे पास मौजूद हैं। तो ये एक टिकटॉक स्टार हैं और पूरी दुनिया में ये इन्होंने जैसे टिकटॉक का आगाज़ किया पूरी दुनिया में ये छा गए हैं। तो हम इस वक्त यहाँ पर इनके गांव में पहुँचे और इनसे मुलाकात करवाते हैं आपकी। तो मैं अगर आपको बताता चलूँ, ये छोटा मियाँ साहब हैं और टिकटॉक पर इसने मिलियन में लोग इनको देखते हैं, मिलियन में लोग इनको देखते हैं, इनके फ़ैन हैं। तो ये ज़्यादातर स्कूल में यानी कि स्कूल की यूनिफॉर्म में ये टिकटॉक बनाते हैं। तो जैसे ही स्कूल की वर्दी में इन्होंने टिकटॉक बनाया तो रातों रात ये छा गए हैं। तो लोग इनको बहुत ज़्यादा दूर दराज से मिलने के लिए आते हैं, इनके साथ टिकटॉक बनाते हैं। बाकी मुकम्मल कहानी इस छोटे मियाँ की इसकी ज़ुबानी सुनती है। अस्सलाम वालेकुम। वालेकुम सलाम। प्यारे भाई, क्या हाल है? हम ठीक, आप सुनाओ। खुदा का शुक्र। तो आपका नाम क्या है? मेरा नाम भाई उमर। उमर नाम। तो गांव में तो लोग आपको शहरी शहरी के नाम से जानते हैं, वो क्यों बोलते हैं? वो वैसे प्यार से। प्यार से शहरी बोलते हैं। हाँ जी। तो आप देखने वाले नाजरीन को ये बताइएगा कि आपने टिकटॉक का आगाज़ कितनी देर पहले किया? 1 से 1.5 साल पहले। 1.5 साल पहले किया। जी। तो आपको कैसे शौक़ पैदा हो गया कि मैंने टिकटॉक बनाने हैं? वो मुझे शुरू से ही शौक थी। आपके पास मोबाइल था या पापा का मोबाइल है? ये भाई का मोबाइल था। ये आपके क्या लगते हैं? ये मेरी पुप्पो का बेटा है। यानी कि कज़न है। हाँ जी। तो इसके मोबाइल पे आपने देखा टिकटॉक, हाँ जी। किसी और की आईडी देखी, हाँ जी, किसी और तो की। आपको अच्छा लगा कि मैं भी टिकटॉक बनाऊंगा, यस। तो आपने टिकटॉक बनाने का आगाज़ कर दिया। यस। तो ज़्यादातर जो आपकी वीडियो है मैंने देखा वो स्कूल की वर्दी में होती है। तो क्या स्कूल में टीचर आपको मना नहीं करते कि आप क्या कर रहे हैं? ਉਹ ਇੱਕ ਬੰਦਾ ਅਸੀਂ ਸਕੂਲ ਦੇ ਬੂਹੇ ਦੇ ਅੱਗੇ ਖਿਲਾੜੀ ਦਾ ਵੀ ਕੋਈ ਟੀਚਰ ਨਾ ਆ ਜਾਵੇ ਤੇ ਫਿਰ ਅਸੀਂ ਅੰਦਰ ਵੀਡੀਓ ਸ਼ੂਟ ਕਰਕੇ ਤੇ ਫਿਰ ਆ ਜਾਈਦਾ। यानी कि पहलों ही अपनी सेफ्टी वास्ते ਆਪਦੀ ਹਿਫਾਜ਼ਤ ਵਾਸਤੇ ਇੱਕ ਲੜਕਾ ਬਾਹਰ ਡੱਕ ਦਿੰਦੇ ਹੋ, ਹਾਂਜੀ, ਗਾਰਡ। ਗਾਰਡ ਡੱਕਦੇ ਹੋ। ਹਾਂਜੀ। ਤੇ ਅੱਛਾ, ਤੁਸੀਂ ਵੇਖਣ ਵਾਲੇ ਨਾਜ਼ਰੀਨ ਨੂੰ ਇਹ ਦੱਸੋ ਕਿ ਜਿਹੜੀ ਤੁਸੀਂ ਪਹਿਲੀ ਵੀਡੀਓ ਬਣਾਈ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮੇਰੀ ਵੀਡੀਓ ਵਾਇਰਲ ਹੋ ਗਈ? ਉਹ ਮੈਂ ਪਹਿਲੀ ਵੀਡੀਓ ਬਣਾਈ ਤੇ ਰਾਤ ਨੂੰ ਪੋਸਟ ਕਰਕੇ ਤੇ ਸੁੱਤੇ ਸਵੇਰੇ ਉੱਠ ਕੇ ਵੇਖਿਆ ਤੇ 34K ਵਿਊ ਤੇ ਫਿਰ ਅਸੀਂ ਸਟਾਰਟ ਕਰਤਾ। ਜਦੋਂ ਤੁਸੀਂ ਵੇਖਿਆ 34K ਵੀਡੀਓ ਤੇ ਵਿਊ ਹੈਗੇ ਨੇ ਤੇ ਤੁਸੀਂ ਕੀ ਮਹਿਸੂਸ ਕੀਤਾ? ਅਸੀਂ ਕਿਹਾ ਫਿਰ ਹੁਣ ਮਜ਼ੀਦ ਅੱਗੇ ਜਾਵਾਂਗੇ। ਵਧਣ ਦੀ ਯਾਨੀ ਕਿ ਖੁਆਇਸ਼ ਹੋਰ ਪੈਦਾ ਹੋ ਗਈ। ਜੀ। ਤੇ ਜਦੋਂ 34K ਤੇ ਵੀਡੀਓ ਗਈ ਬੜੀ ਖੁਸ਼ੀ ਹੋਈ। ਹਾਂਜੀ। ਤੇ ਜਦੋਂ ਯਾਨੀ ਕਿ ਹੁਣ ਜਿਹੜੀ ਸਾਰਿਆਂ ਨਾਲੋਂ ਜ਼ਿਆਦਾ ਤੁਹਾਡੀ ਵੀਡੀਓ ਵਾਇਰਲ ਹੋਈ ਉਹਦੇ ਤੇ ਕਿੰਨੇ ਵਿਊ ਹੈਗੇ ਨੇ? ਉਹਦੇ ਤੇ 6 ਮਿਲੀਅਨ। 6 ਮਿਲੀਅਨ ਹੈਗੇ। ਹਾਂਜੀ। ਫਖਰ ਨਹੀਂ ਹੁੰਦਾ? ਹਾਂਜੀ ਹੁੰਦਾ ਹੈ। ਕਿੰਨਾ ਕੁ ਫਖਰ ਹੁੰਦਾ? ਵਾਹ ਭਾਈ। ਵਾਹ ਫਖਰ ਹੁੰਦਾ। ਵੈਸੇ ਤੁਹਾਡੇ ਤੇ ਤਾਂ ਪੂਰੇ ਕਸੂਰ ਨੂੰ ਫਖਰ ਹੈਗਾ, ਹਾਂਜੀ। ਕਿਉਂਕਿ ਲੋਕ ਬਹੁਤ ਜ਼ਿਆਦਾ ਤੁਹਾਨੂੰ ਪਸੰਦ ਕਰਦੇ ਨੇ, ਤੁਹਾਡੇ ਨਾਲ ਮਿਲਣਾ ਚਾਹੁੰਦੇ ਨੇ। ਤੇ ਜਦੋਂ ਲੋਕ ਮਿਲਣ ਵਾਸਤੇ ਆਉਂਦੇ ਨੇ ਪਿੰਡ 'ਚੋਂ ਪੁੱਛਦੇ ਨੇ ਅਸੀਂ ਛੋਟੇ ਮੀਆਂ ਨੂੰ ਮਿਲਣਾ ਹੈ ਜਾਂ ਸ਼ਹਿਰੀ ਨੂੰ ਮਿਲਣਾ ਹੈ, ਤੇ ਘਰ ਵਾਲੇ ਕਹਿੰਦੇ ਨੇ ਕਿ ਸਾਡਾ ਛੋਟਾ ਜਿਹਾ ਮੁੰਡਾ ਹੈ ਤੇ ਉਹਦੀ ਇੰਨੇ ਲੋਕ ਦੋਸਤ ਹੈਗੇ ਨੇ, ਇੰਨੇ ਫੈਨ ਨੇ, ਉਹਨੂੰ ਮਿਲਣ ਆਉਂਦੇ ਨੇ। ਕੀ ਮਹਿਸੂਸ ਕਰਦੇ ਹੋ? ਨਾਜ਼ ਹੁੰਦਾ ਵੇ। ਹਾਂਜੀ। ਅੱਛਾ, ਤੁਸੀਂ ਇਹ ਵੀ ਮੈਨੂੰ ਦੱਸੋ ਕਿ ਮੈਂ ਵੇਖਿਆ ਕਿ ਤੁਹਾਡੀ ਵੀਡੀਓ ਦੇ ਵਿੱਚ ਇੱਕ ਲੜਕੀ ਵੀ ਹੈਗੀ ਹੈ, ਹਾਂਜੀ। ਉਹਦੇ ਨਾਲ ਤੁਹਾਡੀਆਂ ਬਹੁਤ ਜ਼ਿਆਦਾ ਵੀਡੀਓ ਹੈਗੀਆਂ ਨੇ। ਹਾਂਜੀ। ਉਹਨਾਂ ਨਾਲ ਕਿਵੇਂ ਰਾਬਤਾ ਹੋਇਆ? ਉਹ ਕੌਣ ਨੇ? ਉਹ ਬਈ ਇੰਸਟਾਗ੍ਰਾਮ ਤੇ ਉਹਨਾਂ ਮੈਸੇਜ ਕੀਤਾ ਸੀ ਵੀ ਅਸੀਂ ਤੁਹਾਡੇ ਨਾਲ ਵੀਡੀਓ ਬਣਾਉਣੀ ਤੇ ਅਸੀਂ ਕਿਹਾ ਵੈਲਕਮ। ਫਿਰ ਉਹ ਆ ਗਏ। ਹਾਂਜੀ, ਆ ਗਿਆ। ਉਹਨਾਂ ਨਾਲ ਤੁਸੀਂ ਵੀਡੀਓ ਬਣਾ। ਇੱਕ ਮੈਂ ਤੁਹਾਡੀ ਵੀਡੀਓ ਦੇਖੀ, ਉਹ ਲੜਕੀ ਰੋਟੀ ਲੈ ਕੇ ਆ ਰਹੀ ਹੁੰਦੀ ਹੈ ਤੇ ਤੁਸੀਂ ਪੱਗ ਬੰਨੀ ਹੁੰਦੀ ਹੈ, ਜੱਟ ਜ਼ਿਮੀਂਦਾਰ ਬਣੇ ਹੁੰਦੇ। ਉਹ ਕਿਹੜੀ ਜਗ੍ਹਾ ਤੇ ਸ਼ੂਟ ਕੀਤੀ ਸੀ? ਉਹ ਬਈ ਉਹ ਸਾਈਡ ਤੇ ਸ਼ੂਟ ਕੀਤੀ। ਅਗਲੀ ਸਾਈਡ ਤੇ ਕੀਤੀ ਸੀ। ਹਾਂਜੀ। ਤੇ ਉਹ ਫਿਰ ਰੋਟੀ ਤੁਸੀਂ ਖਾਧੀ ਜਾਂ ਖਾਲੀ ਸੀ? ਖਾਲੀ ਸੀ। ਖਾਲੀ ਸੀ, ਸਿਰਫ ਐਕਟਿੰਗ ਕੀਤੀ। ਹਾਂਜੀ। ਤੇ ਉਸ ਤੋਂ ਇਲਾਵਾ ਮੈਂ ਇੱਕ ਤੁਹਾਡੀ ਵੀਡੀਓ ਦੇਖੀ ਜਿਹਦੇ ਵਿੱਚ ਤੁਹਾਡੇ ਕੱਪੜੇ ਫਟੇ ਹੋਏ ਨੇ ਤੇ ਤੁਸੀਂ ਬੜੇ ਯਾਨੀ ਕਿ ਨਾ ਮਜਨੂ ਟੈਪ, ਮਲੰਗ ਟੈਪ ਬਣੇ ਹੋਏ। ਉਹ ਕੀ ਵਜ੍ਹਾ ਬਣ ਗਈ? ਕਿਉਂ ਮਲੰਗ ਬਣ ਗਿਆ ਸੱਜ? ਉਹ ਵੈਸੇ ਇੱਕ ਗਾਣਾ ਹੀ ਹੋਈ ਆਇਆ ਸੀ ਤੇ ਉਹ ਫਿਰ ਪਾਰਟੀ ਕਮੀਜ਼ ਪਾ ਲਈ। ਪਾਰਟੀ ਕਮੀਜ਼ ਪਾ ਲਈ। ਹਾਂਜੀ। ਉਹਦੇ ਤੇ ਕਿੰਨੇ ਵਿਊ ਆਏ? ਉਹਦੇ ਤੇ ਉਹ ਨਹੀਂ ਇੰਨੀ ਜ਼ਿਆਦਾ ਚੜੀ, 35-36K ਵਿਊ ਆਏ। ਤੇ ਰੋਟੀ ਵਾਲੀ? ਰੋਟੀ ਵਾਲੀ ਚੜ ਗਈ 2-3 ਮਿਲੀਅਨ ਤੇ ਚੜੀ ਸੀ। 2-3 ਮਿਲੀਅਨ ਤੇ ਚਲੀ ਗਈ। ਹਾਂਜੀ। ਅੱਛਾ, ਤੁਸੀਂ ਮੈਨੂੰ ਇਹ ਵੀ ਦੱਸੋ ਕਿ ਤੁਹਾਡੀ ਅੱਗੇ ਆਉਣ ਵਾਲੇ ਯਾਨੀ ਕਿ ਜਿਹੜਾ ਵਕਤ ਹੈ, ਤੁਸੀਂ ਕੀ ਮੁਲਕ ਵਾਸਤੇ ਜਾਂ ਆਪਦੇ ਇਲਾਕੇ ਵਾਸਤੇ ਕੀ ਕਰਨਾ ਚਾਹੁੰਦੇ ਹੋ? ਮਿਸਾਲ ਦੇ ਤੌਰ ਤੇ ਜਿਵੇਂ ਹੁਣ ਲੋਕ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਤੇ ਤੁਹਾਨੂੰ ਮਿਲਣ ਵਾਸਤੇ ਆਉਂਦੇ ਨੇ, ਅਸੀਂ ਵੀ ਤੁਹਾਡਾ ਪ੍ਰੋਗਰਾਮ ਕਰਨ ਵਾਸਤੇ ਆਏ। ਉਰਦੂ ਪੁਆਇੰਟ ਵਾਲਿਆਂ ਵੀ ਯਾਨੀ ਕਿ ਤੁਹਾਡੇ ਨਾਲ ਰਾਬਤਾ ਕੀਤਾ, ਤੁਹਾਡੀਆਂ ਵੀਡੀਓ ਦੇਖੀਆਂ ਤੇ ਸਟਾਰ ਬਣ ਗਏ ਹੋ ਤੁਸੀਂ। ਕਸੂਰ ਵਾਸਤੇ ਫਖਰੇ ਕਸੂਰ ਹੈਗੇ ਹੋ। ਕਸੂਰ ਦੀ ਆਵਾਮ ਨੂੰ ਨਾਦ ਹੈ ਕਿ ਲੋਕ ਪੁੱਛਦੇ ਨੇ ਕਿ ਛੋਟਾ ਮੀਆਂ ਕਿੱਥੋਂ ਦਾ? ਉਹ ਕਹਿੰਦੇ ਨੇ ਜੀ ਕਸੂਰ ਦਾ। ਬੜੀ ਅੱਛੀ ਗੱਲ ਹੈ, ਹੋਣੀ ਵੀ ਚਾਹੀਦੀ। ਸਾਨੂੰ ਵੀ ਤੁਹਾਡੇ ਤੇ ਫਖਰ ਹੈ। ਉਮਰ 'ਚ ਛੋਟੇ ਜੇ ਲੇਕਿਨ ਕੰਮ ਤੁਸੀਂ ਵੱਡੇ ਵੱਡੇ ਕੀਤੇ ਨੇ, ਬੜੀ ਤੁਹਾਨੂੰ ਸ਼ੋਹਰਤ ਮਿਲੀ ਹੈ।
ਅਸੀਂ ਖੁਦਾ ਅੱਗੇ ਦੁਆਗੂ ਵੀ ਹੈਗੇ ਹਾਂ ਕਿ ਅੱਲਾਹ ਤਾਲਾ ਇਸ ਤੋਂ ਜ਼ਿਆਦਾ ਤੁਹਾਨੂੰ ਤਰੱਕੀਆਂ ਦੇਵੇ, ਹਿੰਮਤ ਦੇਵੇ, ਤਾਕਤ ਦੇਵੇ। ਤੁਸੀਂ ਇਸ ਤੋਂ ਜ਼ਿਆਦਾ ਯਾਨੀ ਕਿ ਤਰੱਕੀ ਕਰੋ। ਅਗਰ ਤੁਸੀਂ ਤਰੱਕੀ ਕਰ ਲੈਂਦੇ ਹੋ, ਕਿਸੇ ਫਿਲਮ 'ਚ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲ ਜਾਂਦਾ ਹੈ, ਕਿਸੇ ਡਰਾਮੇ 'ਚ ਕੰਮ ਕਰਨ ਦਾ ਮੌਕਾ ਮਿਲ ਜਾਂਦਾ ਹੈ, ਤੇ ਕਿਆ ਤੁਸੀਂ ਆਦੇ ਮੁਲਕ ਨੂੰ ਭੁੱਲ ਜਾਓਗੇ? ਨਹੀਂ ਆਪਦੇ ਇਲਾਕੇ ਨੂੰ ਭੁੱਲ ਜਾਓਗੇ? ਨਹੀਂ 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 ਭੁੱਲੋਗੇ। ਨਹੀਂ ਭੁੱਲਾਂਗੇ। ਅੱਛਾ, ਤੁਸੀਂ ਮੈਨੂੰ ਇਹ ਵੀ ਦੱਸੋ ਕਿ ਜਦੋਂ ਤੁਸੀਂ ਇੱਥੇ ਵੀਡੀਓ ਬਣਾਉਂਦੇ ਹੋ, ਜਿਹੜੇ ਤੇਰੇ ਪਿੰਡ ਦੇ ਮੁੰਡੇ ਨੇ ਜਾਂ ਪਿੰਡ ਦੇ ਨੌਜਵਾਨ ਨੇ, ਉਹ ਪਿਆਰ ਦਿੰਦੇ ਨੇ ਜਾਂ ਨਹੀਂ? ਨਹੀਂ, ਨਹੀਂ ਦਿੰਦੇ। ਕੀ ਕਹਿੰਦੇ ਨੇ? ਉਹ ਪਹਿਲੇ ਤਾਂ ਕਹਿੰਦੇ ਸੀ ਇਹ ਪਾਗਲ ਹੀ ਨੇ, ਤੇ ਹੁਣ ਵੇਖਦੇ ਨੇ ਵੀ ਇਹ ਕੀ। ਹੁਣ ਜਦੋਂ ਤਰੱਕੀ ਹੋਈ ਤੇ ਫਿਰ ਵੇਖਣ ਲੱਗ ਪਏ ਵੀ ਇਹ ਕੀ ਬਣਿਆ। ਵੇਖਣ ਲੱਗ ਪੈਣ। ਹਾਂਜੀ। ਅੱਛਾ, ਤੁਸੀਂ ਮੈਨੂੰ ਇਹ ਦੱਸੋ, ਜ਼ਿਆਦਾਤਰ ਜਿਹੜੀਆਂ ਤੁਹਾਡੀਆਂ ਵੀਡੀਓ ਹੁੰਦੀਆਂ ਨੇ ਉਹ ਤੁਸੀਂ ਗਾਣਿਆਂ ਤੇ ਕਿੰਝ ਦੇ ਗਾਣਿਆਂ ਤੇ ਬਣਾਉਂਦੇ ਹੋ? ਉਹ ਜਿਹੜੇ ਸਦਾਬਹਾਰ Song ਜਿਹੜਾ ਟ੍ਰੈਂਡਿੰਗ 'ਚ ਆ ਜਾਵੇ ਉਹਦੇ ਤੇ ਬਣਾ ਦਿੰਦੇ ਹਾਂਜੀ। ਹੋ? ਟਿਕਟੋਕ ਤੋਂ ਤੁਹਾਨੂੰ ਹੁਣ ਤੱਕ ਕੋਈ ਅਰਨਿੰਗ ਸ਼ੁਰੂ ਹੋਈ ਹਾਲੇ ਨੇ? ਇਹ ਥੋੜੀ ਬਹੁਤੀ ਅਰਨਿੰਗ ਆਈ ਸੀ, ਬਸ ਕੋਈ 20,000 ਰੁਪਇਆ 30,000 ਰੁਪਇਆ ਨਹੀਂ ਆਈ ਸੀ। 20,000 ਰੁਪਇਆ ਮਿਲਿਆ? ਹਾਂਜੀ। ਤੇ ਫਿਰ ਕੀ ਮਹਿਸੂਸ ਕੀਤਾ ਜਦੋਂ 20,000 ਆਇਆ? ਅਸੀਂ ਕਿਹਾ ਫਿਰ ਹੁਣ ਅੱਗੇ ਕੰਮ ਸਟਾਰਟ ਹੀ ਹੈ। ਅੱਛਾ, ਕੰਮ ਸਟਾਰਟ ਹੀ ਹੈਗਾ। ਅੱਛਾ, ਜਦੋਂ ਤੁਹਾਨੂੰ ਟਿਕਟੋਕ ਤੋਂ ਪੈਸੇ ਮਿਲੇ, ਉਹ ਪੈਸਿਆਂ ਦਾ ਤੁਸੀਂ ਕੀ ਕੀਤਾ? ਇਹ ਕੁਛ ਸ਼ੋਪਿੰਗ ਕਰ ਲਈ, ਕੁਛ ਘਰ ਦੇ ਦਿੱਤੇ। ਸ਼ੋਪਿੰਗ ਹੀ ਕੀਤਾ ਸੱਜੇ? ਪੈਂਟਾਂ ਸ਼ਰਟਾਂ 2-3 ਲਿਆਂਦੀਆਂ ਸੀ 20,000 ਵਿੱਚੋਂ? ਹਾਂਜੀ। ਤੇ ਬੜੀ ਖੁਸ਼ੀ ਹੋਈ ਹੈ ਕਿ ਮੇਰੀ ਪਹਿਲੀ ਕਮਾਈ ਆਈ ਹਾਂਜੀ। ਛੋਟੀ ਉਮਰ ਵਿੱਚ। ਹਾਂਜੀ। ਤੇ ਹੁਣ ਉਮੀਦ ਹੈਗੀ ਕਿ ਤੁਸੀਂ ਪੈਸੇ ਕਮਾਓਗੇ? ਹਾਂਜੀ, ਇਨਸ਼ਾਅੱਲਾ ਅੱਗੇ ਮਜ਼ੀਦ ਜ਼ਿਆਦਾ ਕੋਸ਼ਿਸ਼ ਕਰ ਰਹੇ ਹੋ? ਹਾਂਜੀ। ਅੱਛਾ, ਤੁਹਾਡੀ ਵੀਡੀਓ ਦੀ ਜਿਹੜੀ ਐਡੀਟਿੰਗ ਹੁੰਦੀ ਉਹ ਕੌਣ ਕਰਦਾ ਵੇ? ਹੈ ਬਾਈ, ਕੈਮਰਾਮੈਨ ਹੈ ਬਾਈ, ਇਹ ਤੇਰੇ ਕਰਦੇ ਕਦਨ ਕਰਦੇ ਨੇ? ਹਾਂਜੀ। ਤੇ ਪਿਆਰ ਨਾਲ ਕਰਦੇ ਨੇ? ਹਾਂਜੀ। ਇਹਨਾਂ ਨੂੰ ਵੀ ਜਦੋਂ ਪੈਸੇ ਆਏ 20,000 ਰੁਪਇਆ ਟਿਕਟੋਕ ਤੋਂ ਕਮਾਇਆ, ਇਹਨਾਂ ਨੂੰ ਵੀ ਕੁਝ ਦਿੱਤਾ ਜਾਂ ਸਾਰੇ ਆਪ ਹੀ ਖਾਦੇ? ਅੱਧੇ ਇਹਨਾਂ ਦੇ ਤੇ ਅੱਧੇ ਬਾਈ ਮੇਰੇ। ਅੱਛਾ, ਅੱਧੇ ਅੱਧੇ ਕੀਤੇ। ਹਾਂਜੀ। ਅੱਛਾ, ਤੁਸੀਂ ਇਹ ਦੱਸੋ ਕਿ ਹੁਣ ਤੁਸੀਂ ਯਾਨੀ ਕਿ ਜਿਹੜੀ ਵੀਡੀਓ ਬਣਾਉਂਦੇ ਹੋ ਉਹਨਾਂ ਦੀ ਬਾਈ ਐਡੀਟਿੰਗ ਕਰਦੇ ਨੇ, ਹਾਂਜੀ। ਅਪਲੋਡ ਵੀ ਉਹ ਕਰਦੇ ਹੋ, ਹਾਂਜੀ। ਤੇ ਜ਼ਿਆਦਾਤਰ ਸਕੂਲ ਦੀ ਵਰਦੀ 'ਚ ਕਿਉਂ ਟਿਕਟੋਕ ਬਣਾਉਂਦੇ ਹੋ? ਉਹ ਬਈ ਇੱਕ ਵੀਡੀਓ ਬਣਾਈ ਸੀ ਤੇ ਉਹ ਜ਼ਿਆਦਾ ਚੜ ਗਈ, ਤੇ ਫਿਰ ਅਸੀਂ ਸਾਡਾ ਅਕਾਊਂਟ ਫਰੀਜ਼ ਸੀ ਤੇ ਉਹ ਅਨਫਰੀਜ਼ ਹੋ ਗਿਆ, ਤੇ ਫਿਰ ਅਸੀਂ ਜ਼ਿਆਦਾ ਹੁੰਦੇ ਆ ਵੀਡੀਓ बनाने पे, ਤਾਂ करके। अच्छा अच्छा जी नाज़रीन, ये देख सकते हैं, ये हैं छोटे मियाँ और इसको शायरी भी बोला जाता है। तो ये इनके कज़न हैं जुनैद साहब। तो ये इनकी जितनी भी वीडियो होती है उसकी एडिटिंग करते हैं, और वो वीडियो की कैमरामैन भी ये खुद ही करते हैं। उनसे बात करते हैं कि इनके साथ ये कैसे तामन कर रहे हैं, तो इनकी वीडियो जो बनाई जाती है वो कैसे बनाई जाती है, तो मज़ीद उनसे बातें करते हैं। अस्सलाम वालेकुम। वालेकुम अस्सलाम। जुनैद भाई, क्या हाल है? ठीक ठाक, अल्लाह पाक का शुक्र। अच्छा, आप ये बताइएगा, आप खुद यानी एक टिकटॉक स्टार हैं, आप अपनी आईडी पे वर्क नहीं कर रहे मगर अपने कज़न की आईडी पे वर्क कर रहे हैं, उसके साथ सपोर्ट कर रहे हैं, उसको उसकी वीडियो बनाते हैं, एडिटिंग करते हैं। तो ये आपको कैसे ख्याल आया कि मैं इसका काम करूं, अपना काम छोड़ दूं? ਬਾਈ ਸਿੱਧੀ ਜੀ ਗੱਲ ਇਹ, ਮਤਲਬ ਅਸੀਂ ਪਹਿਲੇ ਫਨੀ ਵੀਡੀਓ ਬਣਾਉਂਦੇ ਸੀ। ਅੱਜ ਤੋਂ ਤਕਰੀਬਨ 4-5 ਸਾਲ ਪਹਿਲੇ ਅਸੀਂ ਫਨੀ ਵੀਡੀਓ ਸਟਾਰਟ ਕੀਤੀਆਂ। ਸਾਨੂੰ ਉਹਦੇ ਵਿੱਚ ਅੱਛਾ ਰਿਸਪੌਂਸ ਨਹੀਂ ਮਿਲਿਆ। ਉਸ ਤੋਂ ਬਾਅਦ ਅਸੀਂ ਇੱਕ ਦਿਨ ਐਵੇਂ ਅਚਾਨਕ ਬੈਠੇ ਬੈਠੇ ਨਾ ਸਦਾਬਹਾਰ ਇੰਡੀਅਨ Song ਆਇਆ ਸੀ, ਉਹਦੇ 'ਤੇ ਅਸੀਂ ਵੀਡੀਓ ਪੋਸਟ ਕਰ ਦਿੱਤੀ। ਤਾਂ ਮਾਸ਼ਾਅੱਲਾ ਅਸੀਂ ਸੁੱਤੇ ਹੀ ਸੁਬਹ ਉੱਠੇ ਹਾਂ, ਜਦੋਂ ਅੱਲਾਹ ਪਾਕ ਨੇ ਬਾਂਹ ਫੜਨੀ ਹੋਵੇ ਫਿਰ ਇੰਝ ਹੀ ਫੜਦੇ ਨੇ, ਪਤਾ ਵੀ ਨਹੀਂ ਲੱਗਦਾ ਇਨਸਾਨ ਨੂੰ। ਤੇ ਅਸੀਂ ਸੁੱਤੇ ਹੀ ਸੁਬਹ ਉੱਠੇ, ਵੇਖਿਆ 35,000 ਮਤਲਬ ਦੇ ਮਾਸ਼ਾਅੱਲਾ ਵਿਊ ਆਏ ਸਾਨੂੰ, ਤੇ ਮੈਨੂੰ ਬੜੀ ਖੁਸ਼ੀ ਹੋਈ। ਮੇਰਾ ਬੇਸਿਕਲੀ ਬਈ ਇਹੀ ਹੁੰਦਾ ਹੈ ਕਿ ਮਤਲਬ ਇਹਦੀ ਐਕਟਿੰਗ ਜਦੋਂ ਵੇਖਣਾ, ਇਹਨਾਂ ਦੇ ਐਕਸਪ੍ਰੈਸ਼ਨ ਵੇਖਣਾ ਵਾ, ਤੇ ਮੇਰਾ ਇਹੀ ਹੁੰਦਾ ਮਤਲਬ ਕਿ ਇਹ ਮਤਲਬ ਇਹਦਾ ਟੈਲੈਂਟ ਹੈ, ਇਹ ਅੱਗੇ ਜਾ ਸਕਦਾ। ਤੇ ਮੈਂ ਆਪਣੇ ਆਪ ਨੂੰ ਪ੍ਰਮੋਟ ਕਰਨ ਦੀ ਬਜਾਏ ਮੈਂ ਇਹਨੂੰ ਵੇਖਣਾ ਵਾ, ਮਤਲਬ ਜ਼ਿਆਦਾ ਤੁਸੀਂ ਯਕੀਨ ਨਹੀਂ ਕਰਨਾ ਕਿ ਇਹਦੀ ਵੀਡੀਓ ਮੈਂ ਇੰਝ ਬਣਾਉਣਾ ਵਾ, ਇਹਨੂੰ ਲੱਭ ਕੇ ਕਦੀ ਇਹ ਕ੍ਰਿਕਟ ਖੇਲਣ ਚਲਾ ਜਾਂਦਾ ਹੈ, ਉਹਦੇ ਪਿੱਛੇ ਜਾਣਾ, ਇਹਨੂੰ ਬੁਲਾਉਣਾ ਹੈ, ਬਾਈ ਆ ਚਲਾ ਵੀਡੀਓ ਬਣਾਈਏ ਯਾਰ, ਮੈਨੂੰ ਧਰੂ ਕੇ ਨਹੀਂ ਲਿਆਈਦਾ, ਜਿਵੇਂ ਧਰੂ ਕੇ ਵੀਡੀਓ ਬਣਾਉਂਦੇ ਹੁੰਦੇ ਇਹਦੀਆਂ। ਤੇ ਬੇਸਿਕਲੀ ਜ਼ਿਆਦਾਤਰ ਇਹ ਮਤਲਬ ਜਦੋਂ ਰੀਟੇਕ ਲੈਂਦੇ ਹਾਂ ਅਸੀਂ, ਇੱਕ ਵੀਡੀਓ ਬਣਾਵਾਂ 10-12 ਵਾਰੀ ਰੀਟੇਕ ਲੈਂਦੇ ਹਾਂ, ਤੇ ਉਹ ਫਿਰ ਇਹ ਮਤਲਬ ਥੱਕ ਜਾਂਦਾ ਹੈ, ਬੱਚੇ ਹਲੇ ਮਤਲਬ ਇੰਨੀ ਉਮਰ ਨਹੀਂ ਹੈ, ਤੇ ਥੱਕ ਜਾਂਦਾ। ਫਿਰ ਮੈਨੂੰ ਕਹਿੰਦਾ ਯਾਰ ਬਾਈ ਨਹੀਂ ਮੇਰੇ ਕੋਲ ਹੋ ਰਿਹਾ, ਮੈਂ ਇਹਨੂੰ ਕਹਿੰਦਾ ਬਈ ਤੂੰ ਕਰ ਸਕਦਾ, ਤੇਰੀ ਟੈਲੈਂਟ ਹੈ ਆ। ਅਸੀਂ ਬਾਰ-ਬਾਰ ਮਤਲਬ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਅਸੀਂ ਮਤਲਬ ਹਿੰਮਤ ਨਹੀਂ ਹਾਰਦੇ ਹੈਗੇ। ਇੱਕ ਦਫਾ ਸਾਡੀ ਆਈਡੀ ਫਰੀਜ਼ ਹੋ ਗਈ ਬਾਈ ਜਾਨ, ਤੇ ਫਿਰ ਵੀ ਅਸੀਂ ਹਿੰਮਤ ਨਹੀਂ ਹਾਰੀ। ਤਕਰੀਬਨ 5-6 ਮਹੀਨੇ ਸਾਡੇ ਨਾਲ ਕੋਈ ਵਿਊ ਨਹੀਂ, 10-12 ਹਜ਼ਾਰ ਵਿਊ ਤੇ ਵੀਡੀਓ ਜਾਂਦੀ ਸਾਡੀ। ਉਸ ਤੋਂ ਬਾਅਦ ਫਿਰ ਬ੍ਰੇਕ ਲੱਗ ਗਈ, ਤੇ ਨਰਵਸ ਹੋ ਗਿਆ, ਕਹਿੰਦਾ ਬਾਈ ਯਾਰ ਫਾਰਗ ਕੰਮ ਛੱਡਦੇ ਹੀ ਆਪਾਂ, ਇਹ ਕੰਮ ਨਾ ਕਰੀਏ। ਮੈਂ ਕਿਹਾ ਬਾਈ ਉਮਰ ਇਹ ਗੱਲ ਨਹੀਂ ਹੈਗੀ, ਤੂੰ ਨਾ ਅੱਲਾ 'ਤੇ ਯਕੀਨ ਕਰੋ ਬਸ। ਬਾਈ ਮੇਰਾ ਯਕੀਨ ਸਿੱਧੀ ਜੀ ਗੱਲ ਹੈ, ਮੇਰਾ ਅੱਲਾ ਪਾਕ 'ਤੇ ਬੜਾ ਯਕੀਨ ਹੈ, ਤੇ ਅੱਲਾ ਪਾਕ ਜੋ ਮੈਂ ਮਤਲਬ ਦਿਲ 'ਚ ਸੋਚਦਾ ਵਾਂ, ਜੋ ਵੀ ਮੈਂ ਕੋਸ਼ਿਸ਼ ਕਰਦਾ ਨਾ ਇੱਕ ਚੀਜ਼ ਦੀ, ਤਾਂ ਅੱਲਾ ਪਾਕ ਮੈਨੂੰ ਦਿੰਦੇ ਨੇ। ਤੇ ਐਵੇਂ ਹੀ ਮਤਲਬ ਅੱਲਾ ਪਾਕ ਦਾ ਬੜਾ ਸ਼ੁਕਰ ਹੈ, ਅੱਲਾ ਪਾਕ ਨੇ ਸਾਨੂੰ ਫੇਮ ਦਿੱਤਾ, ਤੇ ਇਹ ਬਾਈ ਦਾ ਟੈਲੈਂਟ ਮਾਸ਼ਾਅੱਲਾ ਇਹਨਾਂ ਨੇ ਪ੍ਰਮੋਟ ਅੱਗੇ ਜਿਵੇਂ ਅਸੀਂ ਕੀਤਾ। ਤੇ ਆਉਣ ਵਾਲੇ ਵਕਤ ਵੀ ਮੈਂ ਇਹੀ ਕਹਾਂਗਾ ਕਿ ਜਿੰਨੇ ਵੀ ਮੇਰੇ ਟਿਕਟੋਕ ਬਾਈ ਮਤਲਬ ਵੇਖ ਰਹੇ ਨੇ, ਤੁਹਾਡਾ ਚੈਨਲ 'ਤੇ ਸਾਨੂੰ ਵੇਖ ਰਹੇ ਨੇ, ਮੈਂ ਇਹੀ ਕਹਾਂਗਾ ਬਾਈ ਜਾਨ ਮਿਹਨਤ ਕਦੀ ਵੀ ਰਾਏਗਾ ਨਹੀਂ ਜਾਂਦੀ ਇਨਸਾਨ ਦੀ। ਅਗਰ ਬੰਦਾ ਮਤਲਬ ਸੱਚਾ ਹੋਵੇ ਤੇ ਦਿਲ ਵਿੱਚ ਹਿੰਮਤ ਰੱਖੇ ਨਾ, ਤੇ ਸੋਚੇ ਕਿ ਬਾਈ ਮੈਂ ਕੰਮ ਕਰਨਾ ਹੈ, ਤਾਂ ਅੱਲਾ ਪਾਕ ਵੀ ਹਿੰਮਤ ਦਿੰਦੇ ਨੇ, ਉਹ ਕੰਮ ਹੋ ਜਾਂਦਾ। ਤੇ ਇਸੇ ਤਰ੍ਹਾਂ ਹੀ ਮਾਸ਼ਾਅੱਲਾ ਅਸੀਂ ਹਿੰਮਤ ਕਰ ਰਹੇ ਹਾਂ, ਤੇ ਇਨਸ਼ਾਅੱਲਾ ਆਉਣ ਵਾਲੇ ਵਕਤ ਵੀ ਕੋਸ਼ਿਸ਼ ਕਰਨੀ ਇਹੋ ਹੀ ਕਿ ਇਹਨੂੰ ਇਨਸ਼ਾਅੱਲਾ ਜ਼ਿਆਦਾ ਤੋਂ ਜ਼ਿਆਦਾ ਜਿਵੇਂ ਫੈਨ ਫਾਲੋਇੰਗ ਸਾਨੂੰ ਹੋਰ ਮਿਲੇ, ਤੇ ਜ਼ਿਆਦਾ ਆਪਣੇ ਇਲਾਕੇ ਨੂੰ ਪ੍ਰਮੋਟ ਕਰੀਏ।
ਕਰੀਏ, ਆਪਣੇ ਕਸੂਰ ਸ਼ਹਿਰ ਨੂੰ ਪ੍ਰਮੋਟ ਕਰੀਏ ਤਾਂ ਇਨਸ਼ਾਅੱਲਾ ਅਸੀਂ ਕਰਾਂਗੇ। अच्छा जुनेद भाई, आप ये भी बताइएगा, बाकी दोस्त भी यानी कि हमारे पास बैठे हुए हैं, ये भी आपके साथ होते हैं? ਜੀ ये भी ਇਹ आपके साथ ਇਹ ਸਾਡੇ ਨਾਲ ਹੀ ਹੁੰਦੇ ਨੇ ਬੇਸਿਕਲੀ। ਇਹ ਸ਼ੋਏਬ ਭਾਈ ਨੇ ਪਿੱਛੇ ਮਤਲਬ ਅਸੀਂ ਸਾਡੇ ਕੋਲ ਮੋਬਾਈਲ ਇੰਨਾ ਅੱਛਾ ਨਹੀਂ ਹੁੰਦਾ ਸੀ। ਮਤਲਬ ਪਹਿਲੇ ਮੈਂ ਇੱਕ ਮੋਬਾਈਲ ਲਿਆ ਸੀ ਜੋ ਸਾਡੀ ਵੀਡੀਓ ਸਟਾਰਟ ਹੋਈ, ਉਦੋਂ ਮੈਂ ਲਿਆ ਸੀ ਐਕਸ ਬਾਈ, ਉਹ ਮੈਨੂੰ ਮਿਲਿਆ ਸੀ 40,000 ਦਾ। ਉਹ ਵੀ ਮੈਂ ਮਤਲਬ ਨਾ ਕਿਸੇ ਕੋਲ ਪੈਸੇ ਫੜ ਕੇ, ਜਿਵੇਂ ਉਧਾਰ ਦੀ ਚੀਜ਼ ਨੂੰ ਚੁੱਕਦਾ ਬੰਦਾ, ਮੈਂ ਉਧਾਰ ਲਿਆ ਸੀ। ਤੇ ਮਤਲਬ ਉਸ ਤੋਂ ਬਾਅਦ ਸ਼ੋਏਬ ਭਾਈ ਮਤਲਬ ਸਾਨੂੰ ਮਿਲੇ ਨੇ, ਤਾਂ ਅਸੀਂ ਜਿੰਨੀ ਵੀ ਮਤਲਬ ਵੀਡੀਓ ਹੈਗੀਆਂ ਨੇ ਸਾਨੂੰ ਭਾਈ ਸਾਡੇ ਕੋਲ ਆਇਆ ਨੇ ਕਿ ਯਾਰ ਕੋਈ ਮਸਲਾ ਹੀ ਨਹੀਂ ਹੈਗਾ, ਮੋਬਾਈਲ ਮੇਰੇ ਕੋਲ ਹੈ ਨਾ, ਮਤਲਬ 14 ਪ੍ਰੋ ਮੈਕਸ ਰੱਖਿਆ ਹੋਇਆ ਉਹਦੇ ਕੋਲ, ਤੇ ਇਹਨਾਂ ਕਿਹਾ ਕੋਈ ਮਸਲਾ ਨਹੀਂ ਹੈਗਾ, ਸਾਡੇ ਮੇਰਾ ਮੋਬਾਈਲ ਤੁਸੀਂ ਲੈ ਕੇ ਜਾਣਾ ਹੁੰਦਾ ਲੈ ਜਾਇਆ ਕਰੋ, ਤੇ ਭਾਵੇਂ ਮਤਲਬ ਦੇ ਕੋਲ ਰੱਖ ਲਿਆ ਕਰੋ, ਐਡੀਟਿੰਗ ਕਰਕੇ ਪੋਸਟ ਕਰਕੇ ਦੇ ਦਿਆ ਕਰੋ। ਤਾਂ ਭਾਈ ਦੀ ਬੜੀ ਮਿਹਰਬਾਨੀ ਹੈ, ਸਪੋਰਟ ਕਰਦੇ ਨੇ ਮਾਸ਼ਾਅੱਲਾ, ਤੇ ਸਾਨੂੰ ਮੋਬਾਈਲ ਦੇ ਦਿੰਦੇ ਨੇ, ਨਾਲ ਵੀ ਆ ਜਾਂਦੇ ਨੇ। ਅਕਸਰ ਤੁਸੀਂ ਵੀਡੀਓ 'ਚ ਵੇਖਦੇ ਹੋਵੇਗਾ ਭਾਈ ਵੀ ਨਾਲ ਆਉਂਦੇ ਨੇ। ਤੇ ਵੈਸੇ ਭਾਈ ਦੀ ਉਮਰ ਮਤਲਬ ਘੱਟ ਹੈ, ਤੇ ਟਿਕਟੋਕ ਤੇ ਮਤਲਬ ਇਹ ਅੱਜ ਕੱਲ੍ਹ ਜ਼ਿਆਦਾ ਮਤਲਬ ਸਖਤੀ ਹੋ ਗਈ ਹੈ ਕਿ ਜਿਹਦੀ ਉਮਰ 18 ਸਾਲ ਤੋਂ ਘੱਟ ਹੈ ਉਹਨਾਂ ਦੇ ਅਕਾਊਂਟ ਬੈਨ ਹੁੰਦੇ ਪਏ ਨੇ। ਤੇ ਮੇਰਾ ਬੇਸਿਕਲੀ ਇਹ ਹੁੰਦਾ ਹੈ ਕਿ ਇਹਨੂੰ ਕਿਸੇ ਨੂੰ ਪਿੱਛੇ ਮਤਲਬ ਲਿਆਉਣਾ ਹੁੰਦਾ ਹੈ ਕਿ ਜਿਹਦੀ ਏਜ ਜ਼ਿਆਦਾ ਹੋਵੇ, ਤਾਂ ਫਿਰ ਮੈਂ ਮਤਲਬ ਕੈਮਰਾਮੈਨ ਹੁੰਦਾ, ਮੈਂ ਪਿੱਛੇ ਆ ਨਹੀਂ ਸਕਦਾ। ਤੇ ਉਸ ਤੋਂ ਇਲਾਵਾ ਮੇਰੇ ਇਲਾਵਾ ਮਤਲਬ ਪਿੰਡ 'ਚ ਕਿਸੇ ਨੂੰ ਵੱਲ ਹੀ ਨਹੀਂ ਹੈਗਾ ਮਤਲਬ ਵੀਡੀਓ ਬਣਾਉਣ ਦਾ। ਤੇ ਜਿੰਦੇ ਕੋਲ ਇੱਕ ਦੋ ਦਫਾ ਬਣਵਾਈ ਵੀ ਤਾਂ ਮੈਨੂੰ ਪਸੰਦ ਨਹੀਂ ਆ ਰਹੀ, ਜਿੰਨੀ ਦੇਰ ਮੈਂ ਆਪਣੇ ਹੱਥ ਨਾਲ ਵੀਡੀਓ ਨਾ